हाँ जी दोस्तों, सत श्री अकाल, गुड ਈਵਨਿੰਗ, ਗੁੱਡ ਮਾਰਨਿੰਗ ਜਾਂ ਗੁੱਡ ਨਾਈਟ। ਜਿਸ ਵੀ ਟਾਈਮ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਉਸ ਦੇ ਅਕੋਰਡਿੰਗ ਤੁਸੀਂ ਕੰਸੀਡਰ ਕਰ ਲਓ। ਠੀਕ ਹੈ ਜੀ। ਸੋ ਅੱਜ ਆਪਾਂ ਕੀ ਕਰਨੇ ਆ, ਅੱਜ ਆਪਾਂ ਕਰਨੀ ਹੈ ਪੰਜਾਬੀ ਵਿਆਕਰਨ ਦੀ ਸ਼ੁਰੂਆਤ। ਸੋ ਅੱਜ ਤੋਂ ਕੋਸ਼ਿਸ਼ ਕਰਾਂਗੇ, ਤਕਰੀਬਨ ਡੇਲੀ ਤਾਂ ਨਹੀਂ ਮੈਂ ਕਹਿ ਰਿਹਾ, ਪਰ ਕੋਸ਼ਿਸ਼ ਕਰਾਂਗੇ ਕਿ ਦੂਜੇ ਜਾਂ ਤੀਜੇ ਦਿਨ ਪੰਜਾਬੀ ਵਿਆਕਰਨ ਦੇ ਰਿਲੇਟਡ ਆਪਾਂ ਇੱਕ ਵੀਡੀਓ ਜ਼ਰੂਰ ਅਪਲੋਡ ਕਰਿਆ ਕਰੀਏ। ਬਾਕੀ ਜਿੰਨੀ ਵੀ ਜ਼ਰੂਰਤ ਲੱਗੀ ਰਿਕੁਆਇਰਮੈਂਟ ਦੇ ਅਕੋਰਡਿੰਗ ਥੋੜ੍ਹੀ ਜਿਹੀ ਆਪਾਂ ਦੇਖ ਲਾਂਗੇ। ਸੋ ਅੱਜ ਤੋਂ ਆਪਾਂ ਪੰਜਾਬੀ ਵਿਆਕਰਨ ਦੀ ਸ਼ੁਰੂਆਤ ਕਰਾਂਗੇ। ਪਟਵਾਰੀ ਪੇਪਰ ਦੇ ਲਈ ਜਾਂ ਹੋਰ ਕੋਈ ਵੀ ਪੇਪਰ ਆਉਂਦਾ ਹੈ, ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ PSPCL ਨੇ ਵੀ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਦਿੱਤਾ ਹੈ। ਹਾਲਾਂਕਿ PSPCL ਦੇ ਵਿੱਚ ਪੰਜਾਬੀ ਵਿਆਕਰਨ ਨਹੀਂ ਪੁੱਛੀ ਜਾਂਦੀ, ਪਰ ਆਪਣਾ ਇੱਕ ਬੋਰਡ ਹੈ ਜੋ SSSB ਬੋਰਡ ਹੈ, ਕਾफ़ी ਜਣਿਆਂ ਨੂੰ ਪਤਾ ਹੋਏਗਾ। ਸੋ PSSB ਬੋਰਡ ਜੋ ਹੈ, ਸੋ ਉਸ ਦੇ ਵਿੱਚ ਜਿੰਨੇ ਵੀ ਪੇਪਰ ਹੁੰਦੇ ਨੇ ਤਕਰੀਬਨ ਹਰੇਕ ਪੇਪਰ ਦੇ ਵਿੱਚ 5 ਤੋਂ 10 ਨੰਬਰ ਦੀ ਪੰਜਾਬੀ ਪੁੱਛੀ ਜਾਂਦੀ ਹੈ। ਮਤਲਬ ਉਹ ਜਾਂ ਕਿਸੇ ਪੇਪਰ ਦੇ ਵਿੱਚ 5 ਨੰਬਰ ਦੀ ਹੁੰਦੀ ਹੈ ਜਾਂ ਕਿਸੇ ਪੇਪਰ ਦੇ ਵਿੱਚ 10 ਨੰਬਰ ਦੀ ਵੀ ਪੰਜਾਬੀ ਹੁੰਦੀ ਹੈ। ਜਿੱਦਾਂ ਕਿ ਪਟਵਾਰੀ ਦੇ ਪੇਪਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਟਵਾਰੀ ਦੇ ਪੇਪਰ ਦੇ ਵਿੱਚ ਉਹਨਾਂ ਨੇ ਇੰਗਲਿਸ਼ ਅਤੇ ਪੰਜਾਬੀ, ਤਾਂ ਇੰਗਲਿਸ਼ ਲੈਂਗੁਏਜ ਪਲੱਸ ਪੰਜਾਬੀ ਲੈਂਗੁਏਜ ਦੋਨਾਂ ਨੂੰ ਮਿਲਾ ਕੇ ਲਿਖਿਆ ਹੈ 20 ਨੰਬਰ। ਸੋ ਇੱਦਾਂ ਪਰਟੀਕੂਲਰ ਇਹ ਵੀ ਨਹੀਂ ਲਿਖਿਆ ਕਿ ਪੰਜਾਬੀ ਦੇ 10 ਆਣੇ ਨੇ ਜਾਂ ਇੰਗਲਿਸ਼ ਦੇ 10 ਆਣੇ ਨੇ। ਉਮੀਦ ਹੈ ਵੈਸੇ ਕਿ 10-10 ਹੋਏਗਾ। ਸੋ ਇੰਗਲਿਸ਼ ਅਤੇ ਪੰਜਾਬੀ ਦੋਨਾਂ ਨੂੰ ਮਿਲਾ ਕੇ ਦੋਨਾਂ ਦੇ ਕੰਬਾਈਨਡ ਨੰਬਰ ਲਿਖੇ ਹੋਏ ਨੇ ਸਿਲੇਬਸ ਦੇ ਵਿੱਚ 20। ਅਤੇ ਪੰਜਾਬੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਦੇ ਵਿੱਚ ਜ਼ਿਆਦਾਤਰ ਗ੍ਰਾਮਰ ਦਾ ਹਿੱਸਾ ਆਉਂਦਾ। ਸੋ ਆਪਾਂ ਪੰਜਾਬੀ ਗ੍ਰਾਮਰ ਨਾਲ ਸ਼ੁਰੂ ਕਰਾਂਗੇ, ਨਾਲ ਬਾਕੀ ਜਿੰਨਾ ਲੱਗੇਗਾ ਜ਼ਰੂਰੀ ਉਹ ਟੌਪਿਕ ਕਰਦੇ ਰਹਾਂਗੇ। ਸੋ ਅੱਜ ਆਪਾਂ ਸਟਾਰਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਵਿਆਕਰਨ ਦਾ ਪਹਿਲਾ ਲੈਕਚਰ ਇਹ ਆਪਣਾ। ਸੋ ਸ਼ੁਰੂਆਤ ਕਰਦੇ ਹਾਂ ਜੀ ਲੈਕਚਰ ਦੀ। ਸੋ ਲੈਕਚਰ ਕੀ ਹੈ, ਮੈਂ ਇੱਥੋਂ ਨੋਟਸ ਸ਼ੇਅਰ ਕਰਾਂਗਾ ਤੁਹਾਡੇ ਨਾਲ, ਅਤੇ ਉਹਨਾਂ ਨੋਟਸ ਨੂੰ ਆਪਾਂ ਰੀਡ ਕਰਾਂਗੇ। ਜਿੱਥੇ ਵੀ ਜਿਸ ਚੀਜ਼ ਦੀ ਜ਼ਰੂਰਤ ਲੱਗੇਗੀ ਆਪਾਂ ਨਾਲ ਉਸਨੂੰ ਐਕਸਪਲੇਨ ਕਰਦੇ ਰਹਾਂਗੇ। ਜੇਕਰ ਤੁਹਾਨੂੰ ਵੀਡੀਓ ਤੋਂ ਬੈਨੀਫਿਟ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ। ਵੀਡੀਓ ਨੂੰ ਆਪਣੇ ਜਿੰਨੇ ਵੀ ਤੁਹਾਡੇ ਫਰੈਂਡਸ ਜਿਨ੍ਹਾਂ ਨੇ ਫੋਰਮ ਵਗੈਰਾ ਫਿਲ ਕੀਤਾ ਹੈ ਉਹਨਾਂ ਦੇ ਨਾਲ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ। ਸੋ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਵਿਆਕਰਨ ਕੀ ਹੁੰਦੀ ਹੈ। ਜਿੱਦਾਂ ਮਤਲਬ ਗ੍ਰਾਮਰ ਕੀ ਹੈ। ਠੀਕ ਹੈ ਜੀ। ਮੰਨ ਲਓ ਆਪਾਂ ਨੂੰ ਪੰਜਾਬੀ ਦੀ ਗੱਲ ਕਰ ਲਓ ਜਾਂ ਹਿੰਦੀ ਦੀ ਗੱਲ ਕਰ ਲਓ, ਤਾਂ ਕੋਈ ਵੀ ਜਿਹੜੀ ਭਾਸ਼ਾ ਹੈ, ਮੰਨ ਲਓ ਕੋਈ ਵੀ, ਜਿੱਦਾਂ ਆਪਾਂ ਇੰਗਲਿਸ਼ ਲਿਖਦੇ ਹਾਂ, ਲੈਂਗੁਏਜ ਕਹਿ ਲੈਂਦੇ ਹਾਂ ਜਿਹਨੂੰ ਆਪਾਂ। ਸੋ ਕੋਈ ਵੀ ਬੋਲੀ, ਜਿੱਦਾਂ ਮੈਂ ਪੰਜਾਬੀ ਦੇ ਵਿੱਚ ਗੱਲ ਕਰ ਰਿਹਾ, ਇਸ ਬੋਲੀ ਨੂੰ ਬੋਲਣ ਲਈ ਜਾਂ ਕਿਸੇ ਭਾਸ਼ਾ ਨੂੰ ਲਿਖਣ ਲਈ, ਕਿਉਂਕਿ ਦੇਖੋ ਦੋ ਤਰੀਕਿਆਂ ਨਾਲ ਹੋ ਸਕਦੀ ਹੈ। ਜਾਂ ਤਾਂ ਮੈਂ ਕਿਸੇ ਗੱਲ ਨੂੰ ਬੋਲ ਕੇ ਦੱਸ ਸਕਦਾ, ਜਾਂ ਮੈਂ ਕਿਸੇ ਗੱਲ ਨੂੰ ਲਿਖ ਕੇ ਦੱਸ ਸਕਦਾ। ਦੋ ਹੀ ਤਰੀਕੇ ਆ। ਸੋ ਉਹ ਤਰੀਕਿਆਂ ਨੂੰ ਮਤਲਬ ਉਸ ਭਾਸ਼ਾ ਨੂੰ, ਕਿਸੇ ਵੀ ਬੋਲੀ ਨੂੰ ਬੋਲਣ ਲਈ ਜਾਂ ਲਿਖਣ ਲਈ, ਠੀਕ ਹੈ ਜੀ, ਲਿਖਣ ਲਈ ਜਾਂ ਬੋਲਣ ਲਈ ਜਿਹੜੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਜਿੱਦਾਂ ਮੰਨ ਲਓ ਮੈਂ ਇੱਕ ਆਪਣਾ ਨਾਮ ਲਿਖਣਾ ਹੈ, ਤਾਂ ਉਸ ਦੇ ਵਿੱਚ ਨਾਮ ਦੇ ਵਿੱਚ ਕਿੱਥੇ ਸਿਹਾਰੀ ਆਏਗੀ, ਕਿੱਥੇ ਬਿਹਾਰੀ ਆਏਗੀ, ਕਿੱਥੇ ਬਿੰਦੀ ਆਏਗੀ, ਉਹ ਸਾਰੇ ਨਿਯਮ ਜਿਹੜੇ ਨੇ, ਮਤਲਬ ਇੱਕ ਰੂਲਸ ਬਣਾਏ ਹੋਏ ਨੇ। ਉਹ ਰੂਲਸ ਨੂੰ ਬਣਾਇਆ ਗਿਆ ਹੈ ਅਤੇ ਉਸ ਰੂਲਸ ਨੂੰ ਬਣਾਉਣ ਤੋਂ ਬਾਅਦ ਜੋ ਮਤਲਬ ਉਹਦਾ ਕੰਪਲੀਟ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਇੱਕ, ਜਿੱਦਾਂ ਇੱਕ ਆਪਾਂ ਸੰਵਿਧਾਨ ਕਹਿ ਦਿੰਦੇ ਹਾਂ ਪੰਜਾਬ, ਕਿ ਆਪਣਾ ਇੰਡੀਆ ਦਾ ਸੰਵਿਧਾਨ ਇਹ ਬਣ ਗਿਆ। ਉਸੇ ਤਰੀਕੇ ਨਾਲ ਜਿਹੜੇ ਉਹ ਨਿਯਮ ਨੇ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਰੱਖ ਦਿੱਤਾ ਗਿਆ, ਜਿਸ ਨੂੰ ਆਪਾਂ ਵਿਆਕਰਨ ਕਹਿ ਦਿੰਦੇ ਹਾਂ। ਸੋ ਪੰਜਾਬੀ ਵਿਆਕਰਨ ਵੀ ਹੁੰਦੀ ਹੈ, ਹਿੰਦੀ ਵੀ ਹੁੰਦੀ ਹੈ ਅਤੇ ਇੰਗਲਿਸ਼ ਵੀ ਹੁੰਦੀ ਹੈ। ਤੁਸੀਂ ਸੁਣਿਆ ਹੋਏਗਾ ਇੰਗਲਿਸ਼ ਗ੍ਰਾਮਰ, ਤੁਸੀਂ ਸੁਣਿਆ ਹੋਏਗਾ ਹਿੰਦੀ ਦੇ ਵਿੱਚ ਵੀ ਇੱਦਾਂ ਰੂਲਸ ਹੁੰਦੇ ਨੇ। ਸੋ ਦੇਵਨਾਗਰੀ ਲਿਪੀ ਉਸ ਦੇ ਵਿੱਚ ਯੂਜ਼ ਹੁੰਦੀ ਹੈ, ਉਹਦੇ ਵੀ ਰੂਲਸ ਨੇ ਹਿੰਦੀ ਦੇ। ਪੰਜਾਬੀ ਦੇ ਵਿੱਚ ਵੀ ਆਪਣੀ ਜਿਹੜੀ ਇਹ ਯੂਜ਼ ਹੁੰਦੀ ਹੈ, ਇਸ ਨੂੰ ਪੰਜਾਬੀ ਵਿਆਕਰਨ ਕਿਹਾ ਜਾਂਦਾ ਹੈ। ਪੰਜਾਬੀ ਦੇ ਵਿੱਚ ਵਿਆਕਰਨ ਜਿਹੜੇ ਨਿਯਮਾਂ ਨੂੰ, ਸੋ ਕਿਸੇ ਵੀ ਬੋਲੀ ਨੂੰ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਪਹਿਲਾਂ ਇੰਨੀ ਗੱਲ ਸਮਝ ਲੈਣੀ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਵਿਆਕਰਨ ਦੇ ਵਿੱਚ ਮੁੱਖ ਤੌਰ 'ਤੇ 4 ਭਾਗ ਹੁੰਦੇ ਨੇ ਵਿਆਕਰਨ ਦੇ ਵਿੱਚ। ਠੀਕ ਹੈ ਜੀ। ਸਭ ਤੋਂ ਪਹਿਲਾ ਹਿੱਸਾ ਆ ਜਾਂਦਾ ਹੈ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਨ ਬੋਧ। ਜਿੱਦਾਂ ਮਤਲਬ ਧੁਨੀ ਬੋਧ ਤੋਂ ਮੈਂ ਹੁਣ ਆਪਾਂ ਪਹਿਲਾਂ ਇਹਦੇ ਬਾਰੇ ਗੱਲ ਕਰਾਂਗੇ, ਫਿਰ ਸ਼ਬਦ 'ਤੇ ਜਾਵਾਂਗੇ, ਫਿਰ ਅਰਥ 'ਤੇ ਜਾਵਾਂਗੇ ਅਤੇ ਫਿਰ
ਵਾਕ ਤੇ ਜਾਵਾਂਗੇ। ਵਾਕ ਜੋ ਹੁੰਦਾ ਹੈ ਸਭ ਤੋਂ ਵੱਡੀ ਚੀਜ਼ ਹੁੰਦਾ ਹੈ। ਜਿੱਦਾਂ ਮਤਲਬ ਇੱਕ ਆਪਾਂ ਲੇਖ ਲਿਖਣਾ ਹੈ ਤਾਂ ਉਸਦੇ ਵਿੱਚ ਸਭ ਤੋਂ ਵੱਡਾ ਮਤਲਬ ਕਾਫੀ ਵਾਕਾਂ ਤੋਂ ਮਿਲ ਕੇ ਲੇਖ ਬਣੇਗਾ। ਸੋ ਵਾਕ ਜੋ ਹੈ ਉਹ ਅੱਗੇ ਸ਼ਬਦਾਂ ਤੋਂ ਮਿਲ ਕੇ ਬਣਦਾ ਹੈ। ਸ਼ਬਦ ਅਰਥ ਇੱਦਾਂ ਮਤਲਬ ਵਿਆਕਰਣ ਦੇ ਮੁੱਖ 4 ਭਾਗ ਮੰਨੇ ਜਾਂਦੇ ਨੇ। ਇਹਨਾਂ ਚਾਰਾਂ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਆ ਜਾਂਦਾ ਹੈ ਧੁਨੀ ਬੋਧ। ਜਿੱਦਾਂ ਕਿ ਮੈਂ ਦੱਸ ਰਿਹਾ ਸੀ ਕਿ ਵਾਕ ਸਭ ਤੋਂ ਵੱਡੀ ਇਕਾਈ ਹੈ। ਮਤਲਬ ਵਾਕ ਕੀ ਹੈ, ਦੇਖੋ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਮਤਲਬ ਕਿਸੇ ਵੀ ਮੰਨ ਲਓ ਇੱਕ ਲੇਖ ਹੈ, ਲੇਖ ਕਿਸ ਤੋਂ ਬਣਿਆ ਹੋਏਗਾ? ਲੇਖ ਬਣਿਆ ਹੋਏਗਾ ਵਾਕਾਂ ਤੋਂ। ਲੇਖ ਜੋ ਹੈ ਉਹ ਵਾਕਾਂ ਤੋਂ ਬਣਿਆ ਹੋਏਗਾ। ਬਟ ਸਭ ਤੋਂ ਪਹਿਲਾਂ ਛੋਟੀ ਇਕਾਈ ਕਿਹੜੀ ਹੈ? ਧੁਨੀ ਬੋਧ। ਠੀਕ ਹੈ ਜੀ। ਜਿੱਦਾਂ ABCD ਹੁੰਦੀ ਹੈ ਉੱਦਾਂ ਹੀ ਪੰਜਾਬੀ ਭਾਸ਼ਾ ਦੇ ਵਿੱਚ ਕੀ ਹੈ, ਮੂੰਹ ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਪੰਜਾਬੀ ਦੀਆਂ ਧੁਨੀਆਂ ਹਨ, ਹੈ ਨਾ। ਸੋ ਧੁਨੀਆਂ ਸਭ ਤੋਂ ਇੱਥੋਂ ਆ ਜਾਂਦਾ ਹੈ, ਜਿਹੜੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਦੂਜੀ ਗੱਲ ਕਰਦੇ ਹਾਂ, ਮੈਂ ਇਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਦੇਖਾਂਗੇ। ਦੂਜੀ ਚੀਜ਼ ਆ ਜਾਂਦੀ ਹੈ ਸ਼ਬਦ। ਸੋ ਸ਼ਬਦ ਕੀ ਹੈ? ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਧੁਨੀ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਸੋ ਅੱਗੇ ਆ ਜਾਂਦਾ ਹੈ ਅਗਲੀ ਟਰਮ ਆਪਣੇ ਕੋਲ ਸ਼ਬਦ ਬੋਧ। ਸੋ ਇਹਨਾਂ ਬਾਰੇ ਮੈਂ ਡਿਟੇਲ 'ਚ ਦੱਸਾਂਗਾ, ਡੋਂਟ ਵਰੀ, ਇੱਦਾਂ ਦੀ ਕੋਈ ਗੱਲ ਨਹੀਂ ਆ, ਟੈਨਸ਼ਨ ਬਿਲਕੁਲ ਨਹੀਂ ਲੈਣੀ। ਇੱਕ ਵਾਰੀ ਆਪਾਂ ਡੈਫੀਨੇਸ਼ਨ ਰੀਡ ਕਰ ਲੈਂਦੇ ਹਾਂ, ਦੈਨ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਅੱਗੇ ਕਹਿ ਰਿਹਾ ਅਰਥ ਬੋਧ। ਸੋ ਅਰਥ ਬੋਧ ਦਾ ਮਤਲਬ ਕੀ ਭਾਵ ਹੈ ਕਿ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਠੀਕ ਹੈ ਜੀ। ਜਿੱਦਾਂ ਇਹ ਸ਼ਬਦ ਹੋ ਗਏ ਆਪਣੇ ਕੋਲ, ਤਾਂ ਸ਼ਬਦ ਕੀ ਨੇ? ਸ਼ਬਦਾਂ ਜਿਵੇਂ ਬਹੁ-ਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਜਾਂ ਵਿਰੋਧਾਰਥਕ ਸ਼ਬਦਾਂ ਬਾਰੇ ਜਾਣਕਾਰੀ ਜਿੱਦਾਂ ਮਿਲਦੀ ਹੈ, ਵਿਰੋਧੀ ਸ਼ਬਦ ਕਹਿੰਦੇ ਨੇ ਜਿਹਨੂੰ ਆਪਾਂ। ਸੋ ਇਹ ਹੋ ਜਾਂਦਾ ਹੈ ਅਰਥ ਬੋਧ ਦੇ ਵਿੱਚ। ਠੀਕ ਹੈ ਜੀ। ਮਤਲਬ ਇੱਕ ਸ਼ਬਦ ਦੇ ਹੋਰ ਕਿੰਨੇ ਅਰਥ ਬਣ ਸਕਦੇ ਨੇ ਜਾਂ ਉਹਦੇ ਉਸ ਤੋਂ ਓਪੋਜ਼ਿਟ ਕੀ ਹੋ ਸਕਦੇ ਨੇ। ਸੋ ਇੱਦਾਂ ਦੇ ਇਹਨਾਂ ਬਾਰੇ ਆਪਾਂ ਦੇਖਾਂਗੇ। ਸੋ ਉਸ ਤੋਂ ਬਾਅਦ ਆ ਜਾਂਦਾ ਹੈ ਵਾਕ। ਸੋ ਵਿਆਕਰਣ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ, ਸੋ ਵਾਕ ਨੂੰ ਕਿਵੇਂ ਲਿਖਣਾ ਹੈ ਉਸ ਦੇ ਬਾਰੇ ਵਿਚਾਰ ਕੀਤੀ ਜਾਂਦੀ ਹੈ। ਸੋ 4 ਤਰ੍ਹਾਂ ਦੇ ਬੋਧ ਪੜ੍ਹੇ ਆਪਾਂ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਹੈ ਧੁਨੀ ਬੋਧ। ਫਿਰ ਧੁਨੀ ਤੋਂ ਮਿਲ ਕੇ ਸ਼ਬਦ ਬਣਦਾ ਹੈ। ਸ਼ਬਦ ਤੋਂ ਬਾਅਦ ਅਰਥ ਯਾਦ ਕਰ ਲੈਣਾ ਕਿ ਸ਼ਬਦ ਦਾ ਕੋਈ ਅਰਥ ਹੋਏਗਾ। ਉਸ ਤੋਂ ਬਾਅਦ ਯਾਦ ਕਰ ਲੈਣਾ ਕਿ ਬਹੁਤ ਸਾਰੇ ਸ਼ਬਦ ਮਿਲ ਕੇ ਵਾਕ ਬਣਾ ਦਿੰਦੇ ਨੇ। ਸੋ 4 ਤਰ੍ਹਾਂ ਦੇ ਇੱਥੋਂ ਬੋਧ ਬਣਦੇ ਨੇ ਵਿਆਕਰਣ ਦੇ ਵਿੱਚ। ਤੇ ਇੱਕ ਮਿੰਟ ਹੋਲਡ ਕਰ। ਸੋ 4 ਤਰ੍ਹਾਂ ਦੇ ਬੋਧ ਬਣਦੇ ਨੇ ਇੱਥੋਂ: ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ। ਇਸ ਤੋਂ ਬਾਅਦ ਆਪਣਾ ਆ ਜਾਂਦਾ ਹੈ, ਸੋ ਇਹਨਾਂ ਦੇ ਵਿੱਚ ਵਾਕਾਂ ਬਾਰੇ ਗੱਲ ਕਰਾਂਗੇ, ਅਰਥਾਂ ਬਾਰੇ ਗੱਲ ਕਰਾਂਗੇ, ਸ਼ਬਦਾਂ ਬਾਰੇ, ਇਹ ਅੱਗੇ ਆਉਣਗੇ ਆਪਣੇ ਕੋਲ। ਸੋ ਉਸ ਤੋਂ ਬਾਅਦ ਆ ਜਾਂਦਾ ਹੈ ਭਾਸ਼ਾ ਜਾਂ ਬੋਲੀ। ਸੋ ਇਸ ਦੇ ਬਾਰੇ ਗੱਲ ਕਰ ਲੈਂਦੇ ਹਾਂ ਥੋੜ੍ਹੀ ਬਹੁਤੀ। ਜਿੰਨੀ ਵੀ ਡਿਟੇਲ ਆਪਾਂ ਨੂੰ ਮਿਲੇਗੀ ਨੋਟਸ ਦੇ ਵਿੱਚੋਂ ਆਪਾਂ ਪੜ੍ਹਾਂਗੇ, ਬਾਕੀ ਡਿਟੇਲ ਮੈਂ ਤੁਹਾਨੂੰ ਵਰਬਲੀ ਦੱਸਦਾ ਰਹਾਂਗਾ। ਸੋ ਭਾਸ਼ਾ ਜਾਂ ਬੋਲੀ ਕੀ ਹੈ? ਇੱਕ ਮਾਧਿਅਮ ਹੈ ਜਿਸ ਰਾਹੀਂ ਆਪਣੇ ਵਿਚਾਰ ਜੋ ਹੈ ਇੱਕ ਇਨਸਾਨ ਦੂਸਰੇ ਮਨੁੱਖ ਨਾਲ ਸਾਂਝੇ ਕਰਦਾ ਹੈ। ਠੀਕ ਹੈ ਜੀ। ਭਾਸ਼ਾ ਜਾਂ ਬੋਲੀ ਦੀ ਗੱਲ ਹੈ ਕਿ ਭਾਸ਼ਾ ਜਾਂ ਬੋਲੀ ਕੀ ਹੈ? ਇੱਕ ਮਨੁੱਖ ਜੋ ਹੈ ਆਪਣੇ ਵਿਚਾਰ ਜਾਂ ਆਪਣੇ ਮਨ ਦੀਆਂ ਭਾਵਨਾਵਾਂ ਜੋ ਹੈ ਉਹ ਦੂਜੇ ਇਨਸਾਨ ਦੇ ਨਾਲ ਸਾਂਝੀਆਂ ਕਰਦਾ ਹੈ। ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀਆਂ ਨੇ, ਉਸਨੂੰ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਭਾਸ਼ਾ ਦੀਆਂ 2 ਪ੍ਰਕਾਰਾਂ ਅੱਗੇ ਲਿਖੀਆਂ ਹੋਈਆਂ ਨੇ। ਸੋ ਇੱਕ ਤਾਂ ਹੋ ਜਾਂਦੀ ਹੈ ਆਮ ਬੋਲਚਾਲ ਦੀ ਬੋਲੀ, ਜਿੱਦਾਂ ਮੈਂ ਗੱਲ ਕਰ ਰਿਹਾ ਹਾਂ। ਦੂਸਰੀ ਹੋ ਜਾਂਦੀ ਹੈ ਸਾਹਿਤਿਕ ਜਾਂ ਟਕਸਾਲੀ ਬੋਲੀ। ਸੋ ਇੱਕ ਤਾਂ ਆਮ ਬੋਲਚਾਲ ਦੀ ਬੋਲੀ ਹੋ ਜਾਂਦੀ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਸੋ ਇਹ ਆਮ ਬੋਲਚਾਲ ਦੀ ਬੋਲੀ, ਅਤੇ ਦੂਜੀ ਸਾਹਿਤਕ ਜਾਂ ਟਕਸਾਲੀ ਬੋਲੀ। ਸੋ ਇਹਨਾਂ ਨੂੰ ਤੁਸੀਂ ਨਾਲ ਦੀ ਨਾਲ ਨੋਟ ਵੀ ਕਰਦੇ ਰਹਿਣਾ ਤਾਂ ਕਿ ਤੁਹਾਨੂੰ ਯਾਦ ਰਹੇ। ਜੇਕਰ ਤੁਹਾਨੂੰ ਇਹ PDF ਚਾਹੀਦੀ ਹੈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਆ ਜਾਂਦਾ ਹੈ ਸਾਹਿਤਕ ਜਾਂ ਟਕਸਾਲੀ ਬੋਲੀ ਬਾਰੇ। ਠੀਕ ਹੈ ਜੀ। ਸੋ ਪਹਿਲਾਂ ਤਾਂ ਬੋਲਚਾਲ ਦੀ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਆਪਾਂ ਬੋਲਦੇ ਹਾਂ। ਸੋ ਉਸ ਤੋਂ ਬਾਅਦ ਆ ਜਾਂਦਾ ਹੈ ਸਾਹਿਤਕ ਜਾਂ ਟਕਸਾਲੀ, ਮਤਲਬ ਲਿਖਤੀ। ਠੀਕ ਹੈ ਜੀ। ਸੋ ਲਿਖਤੀ ਬੋਲੀ ਨੂੰ ਪ੍ਰਗਟ ਕਰਨ ਲਈ ਦੇਖੋ ਹੁਣ ਅੱਗੇ ਆਪਣੇ ਕੋਲ ਆ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਹੈ ਆਪਣਾ
ਲਿਪੀ ਆ ਜਾਂਦੀ ਹੈ, ਠੀਕ ਹੈ ਜੀ। ਫਿਰ ਲਿਪੀ ਅਤੇ ਫਿਰ ਵਰਨਮਾਲਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਇਹ ਬਹੁਤ ਇੰਪੋਰਟੈਂਟ ਟੋਪਿਕ ਅੱਗੇ ਸ਼ੁਰੂ ਹੋ ਗਏ ਨੇ। ਸੋ ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਸਮਝ ਲੈਣਾ ਹੈ। ਪਹਿਲਾਂ ਤੁਹਾਡੇ ਕੋਲ ਆ ਗਿਆ ਸੀ ਕਿ ਵਿਆਕਰਨ ਦੇ ਵਿੱਚ ਕਿੰਨੇ ਬੋਧ ਨੇ। ਸੋ 4 ਬੋਧ ਨੇ, ਉਹਨਾਂ ਨੂੰ ਦੇਖ ਲੈਣਾ। ਸਭ ਤੋਂ ਪਹਿਲਾਂ ਧੁਨੀ ਬੋਧ, ਫਿਰ ਸ਼ਬਦ, ਫਿਰ ਅਰਥ ਬੋਧ ਅਤੇ ਫਿਰ ਵਾਕ ਬੋਧ। ਉਸ ਤੋਂ ਬਾਅਦ ਭਾਸ਼ਾ ਜਾਂ ਬੋਲੀ। ਸੋ 2 ਭਾਸ਼ਾ ਜਾਂ ਬੋਲੀ ਦਾ ਮਤਲਬ ਕਿ ਆਪਣੇ ਜੋ ਤੁਹਾਡੇ ਮਨ ਦੀ ਕੋਈ ਗੱਲ ਹੈ ਉਸਨੂੰ ਕਰਨ ਦਾ ਸਾਧਨ ਜੋ ਹੈ ਉਸਨੂੰ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ ਹੈ। ਇਸ ਦੀਆਂ ਵੀ 2 ਅੱਗੇ ਟਾਈਪਸ ਨੇ, 2 ਤਰ੍ਹਾਂ ਦੀ ਹੁੰਦੀ ਹੈ ਇਹ। ਸੋ ਇੱਕ ਆਮ ਬੋਲਚਾਲ ਦੀ ਬੋਲੀ, ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਸੋ ਇਹ ਆਮ ਬੋਲਚਾਲ ਦੀ ਬੋਲੀ ਕਹਿ ਸਕਦੇ ਹਾਂ, ਜਿਹੜੀ ਮੂੰਹ ਦੇ ਦੁਆਰਾ ਬੋਲੀ ਜਾਂਦੀ ਹੈ। ਅਤੇ ਦੂਜੀ ਗੱਲ ਹੈ ਜਿਹੜੀ ਸਾਹਿਤਿਕ ਹੁੰਦੀ ਹੈ, ਸਾਹਿਤਿਕ ਜਾਂ ਟਕਸਾਲੀ। ਸੋ ਅੱਗੇ ਗੱਲ ਕਰਦੇ ਹਾਂ ਲਿਪੀ ਦੀ। ਸੋ ਲਿਪੀ ਕੀ ਹੈ? ਦੇਖੋ, ਭਾਸ਼ਾ ਨੂੰ ਲਿਖਤੀ ਰੂਪ ਦੇ ਵਿੱਚ ਲਿਖਣ ਦੇ ਲਈ, ਕੋਈ ਵੀ ਲੈਂਗੁਏਜ ਹੈ ਉਹਨੂੰ ਲਿਖਤੀ ਰੂਪ ਦੇ ਵਿੱਚ ਲਿਖਣ ਦੇ ਲਈ ਜਿਹੜੇ ਅੱਖਰ ਜਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਜਿੱਦਾਂ ਹੁਣ ਮੰਨ ਲਓ ਕੀ ਹੈ, ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਇੱਕ ਤਾਂ ਅੱਖਰ ਵਰਤੇ ਜਾਂਦੇ ਆ, ਠੀਕ ਹੈ। ਜਿੱਦਾਂ ਪੰਜਾਬੀ ਦੇ ਤੁਸੀਂ ਪੜ੍ਹਦੇ ਹੋ ਊੜਾ, ਐੜਾ, ਈੜੀ। ਅਤੇ ਉਸ ਤੋਂ ਬਿਨਾਂ ਚਿੰਨ੍ਹ ਹੁੰਦੇ ਆ, ਜਿੱਦਾਂ ਆਪਾਂ ਕਹਿੰਦੇ ਨੇ ਸਿੰਬਲ ਇੰਗਲਿਸ਼ ਦੇ ਵਿੱਚ ਹੋ ਜਾਏਗਾ। ਚਿੰਨ੍ਹ ਮਤਲਬ ਜਿੱਦਾਂ ਸਿਹਾਰੀ, ਬਿਹਾਰੀ, ਔਂਕੜ, ਦਰੈਂਕੜ, ਟਿੱਪੀ, ਬਿੰਦੀ, ਕੰਨਾ। ਸੋ ਇਹ ਸਾਰੇ ਕੀ ਨੇ? ਇਹ ਚਿੰਨ੍ਹ ਨੇ, ਠੀਕ ਹੈ ਜੀ। ਅਤੇ ਉਸ ਤੋਂ ਬਿਨਾਂ ਅੱਖਰ ਹੁੰਦੇ ਨੇ, ਇੰਗਲਿਸ਼ ਦੇ ਵਿੱਚ ਵੀ ਹੁੰਦੇ ਨੇ। ਸਾਰੀਆਂ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਹਰੇਕ ਦੇ ਵਿੱਚ ਲਿਪੀ ਹੁੰਦੀ ਹੈ, ਅਤੇ ਲਿਪੀ ਦੇ ਅਕੋਰਡਿੰਗ ਇਹ ਹੁੰਦਾ ਹੈ ਆਪਣਾ ਅੱਖਰ ਹੁੰਦੇ ਨੇ। ਜਿੱਦਾਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਯੂਜ਼ ਕੀਤੀ ਜਾਂਦੀ ਹੈ? ਗੁਰਮੁਖੀ ਲਿਪੀ। ਸੋ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਲੈਂਗੁਏਜ ਦੇ ਵਿੱਚ। ਜੇ ਕੁਛ ਲਿਖਣਾ ਹੈ ਉਸਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਹਿੰਦੀ ਭਾਸ਼ਾ ਦੇ ਲਈ ਦੇਵਨਾਗਰੀ ਲਿਪੀ ਅਤੇ ਅੰਗਰੇਜ਼ੀ ਭਾਸ਼ਾ ਦੇ ਲਈ ਲਿਪੀ ਯਾਦ ਕਰ ਲੈਣੀ ਹੈ। ਹਿੰਦੀ ਦੇ ਲਈ ਦੇਵਨਾਗਰੀ ਐਂਡ ਇੰਗਲਿਸ਼ ਦੇ ਲਈ ਰੋਮਨ ਆ ਜਾਏਗੀ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਯਾਦ ਕਰ ਲੈਣੀ ਹੈ। ਕਈ ਵਾਰੀ ਪੁੱਛ ਲੈਂਦਾ ਹੈ ਕਿ ਹਿੰਦੀ ਦੇ ਲਈ ਕਿਹੜੀ ਲਿਪੀ ਯੂਜ਼ ਕੀਤੀ ਜਾਂਦੀ ਹੈ। ਸੋ ਇਹ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਹਿੰਦੀ ਦੇ ਲਈ ਦੇਵਨਾਗਰੀ ਅਤੇ ਪੰਜਾਬੀ ਦੇ ਲਈ ਇੰਗਲਿਸ਼ ਦੇ ਲਈ ਰੋਮਨ ਯੂਜ਼ ਕੀਤੀ ਜਾਂਦੀ ਹੈ, ਅਤੇ ਪੰਜਾਬੀ ਦੇ ਲਈ ਗੁਰਮੁਖੀ ਲਿਪੀ ਯੂਜ਼ ਕਰਦੇ ਹਾਂ। ਗੁਰਮੁਖੀ ਲਿਪੀ ਦੇ ਬਾਰੇ ਅਗਰ ਗੱਲ ਕੀਤੀ ਜਾਏ ਤਾਂ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਸਾਜਨਾ ਕੀਤੀ ਸੀਗੀ। ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ। ਜੇਕਰ ਤੁਸੀਂ ਉਹ ਗੁਰੂ ਸਾਹਿਬ ਵਾਲੀ ਵੀਡੀਓ 10 ਗੁਰੂ ਸਾਹਿਬਾਨ ਵਾਲੀ ਵੀਡੀਓ ਨਹੀਂ ਦੇਖੀ ਹੈ ਤਾਂ ਮੈਂ ਰਿਕੁਐਸਟ ਕਰਾਂਗਾ ਕਿ ਉਸ ਵੀਡੀਓ ਨੂੰ ਵੀ ਇੱਕ ਵਾਰੀ ਜ਼ਰੂਰ ਦੇਖੋ। ਸੋ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ। ਸੋ ਇਹ ਲਿਪੀ ਬਾਰੇ ਗੱਲਾਂ ਹੋ ਗਈਆਂ ਜੀ। ਆਪਣੇ ਲਿਪੀ ਕਿਹੜੀ ਹੈ? ਗੁਰਮੁਖੀ ਲਿਪੀ ਵਰਤੀ ਜਾਂਦੀ ਹੈ, ਅਤੇ ਹਿੰਦੀ ਦੇ ਲਈ ਦੇਵਨਾਗਰੀ ਅਤੇ ਇੰਗਲਿਸ਼ ਦੇ ਲਈ ਰੋਮਨ। ਇਸ ਤੋਂ ਬਾਅਦ ਆ ਜਾਂਦਾ ਹੈ ਆਪਣੇ ਕੋਲ ਵਰਨਮਾਲਾ। ਸੋ ਇਸ ਤੋਂ ਬਾਅਦ ਆਪਣੇ ਕੋਲ ਵਰਨਮਾਲਾ ਆ ਜਾਂਦੀ ਹੈ। ਸੋ ਵਰਨਮਾਲਾ ਦੇ ਵਿੱਚ ਕੀ ਹੈ? ਜਿੱਦਾਂ ਆਪਾਂ ABCD ਲਿਖਦੇ ਹਾਂ 26 ਅੱਖਰ, ABCD ਦੇ 26 ਅੱਖਰ ਆਪਾਂ ਸੀਕੁਐਂਸ ਦੇ ਵਿੱਚ ਲਿਖਦੇ ਹਾਂ। ਪਹਿਲਾਂ A ਆਉਂਦਾ ਹੈ, ਫਿਰ B, ਫਿਰ C, ਫਿਰ D। ਉਸੇ ਤਰੀਕੇ ਨਾਲ ਜਦੋਂ ਆਪਾਂ ਪੰਜਾਬੀ ਦੇ ਵਿੱਚ ਗੁਰਮੁਖੀ ਅੱਖਰ ਜਿਹੜੇ ਹੁੰਦੇ ਨੇ, ਜਿੱਦਾਂ ਗੁਰਮੁਖੀ ਲਿਪੀ ਹੋ ਗਈ ਨਾ। ਸੋ ਗੁਰਮੁਖੀ ਦੇ ਅੱਖਰ ਜਿਹੜੇ ਨੇ ਜਿੱਦਾਂ ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ। ਸੋ ਇਹ ਜਦੋਂ ਪੂਰੀ ਤਰਕੀਬ ਦੇ ਵਿੱਚ ਲਿਖੇ ਜਾਂਦੇ ਨੇ ਤਾਂ ਉਹਨਾਂ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਜਿੱਦਾਂ ABCD ਲਿਖਦੇ ਹਾਂ ਉਹਦੀ ਪੰਜਾਬੀ ਦੇ ਆਪਣੇ ਅੱਖਰ ਹੁੰਦੇ ਨੇ। ਸੋ ਗੁਰਮੁਖੀ ਲਿਪੀ 'ਤੇ ਪਹਿਲਾਂ 35 ਅੱਖਰ ਸਨ। ਇਸੇ ਕਰਕੇ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ ਪਹਿਲਾਂ, ਠੀਕ ਹੈ ਜੀ। ਬੱਚੇ ਕਹਿੰਦੇ ਹੋ ਤੁਸੀਂ 35 ਯਾਦ ਕਰ ਲਓ, 35। ਸੋ 35 ਦਾ ਮਤਲਬ ਕਿ 35 ਅੱਖਰ ਪਹਿਲਾਂ ਹੁੰਦੇ ਸੀ। ਅਰਬੀ ਅਤੇ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ 5 ਅੱਖਰ ਸੱਸਾ, ਖੱਖਾ, ਗੱਗਾ, ਜੱਜਾ, ਫੱਫੇ ਦੇ ਪੈਰ ਵਿੱਚ ਬਿੰਦੀ ਦੀ ਵਰਤੋਂ ਕਰਕੇ, ਠੀਕ ਹੈ ਜੀ। ਸੋ ਇਹਨਾਂ ਦੇ ਵਿੱਚ ਬਿੰਦੀ ਲਗਾ ਕੇ ਇਹ ਅੱਖਰ ਬਣਾ ਲਏ ਗਏ, ਠੀਕ ਹੈ ਜੀ। 5 ਇਸ ਪ੍ਰਕਾਰ ਗੁਰਮੁਖੀ ਵਰਨਮਾਲਾ ਵਿੱਚ ਅੱਖਰਾਂ ਦੀ ਗਿਣਤੀ ਕਿੰਨੀ ਹੋ ਗਈ ਜੀ? ਪਹਿਲਾਂ 35 ਸੀ, 5 ਹੋਰ ਜੁੜ ਗਏ ਬਿੰਦੀ ਵਾਲੇ ਜਿਨ੍ਹਾਂ ਨੂੰ ਪੈਰਾਂ ਦੇ ਵਿੱਚ ਬਿੰਦੀ ਲੱਗੀ। ਸੋ ਇਹ 5 ਹੋਰ ਜੋੜ ਕੇ 40 ਹੋ ਗਏ ਜੀ ਹੁਣ ਇਸ ਟਾਈਮ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੋਇਆ? ਪੰਜਾਬੀ ਵਿਭਾਗ ਪਟਿਆਲਾ ਵੱਲੋਂ ਫਿਰ ਹੋਰ ਧੁਨੀ ਦੀ ਪਛਾਣ ਕੀਤੀ ਗਈ। ਉਹਨਾਂ ਨੇ ਇੱਕ ਹੋਰ ਧੁਨੀ ਦੇਖੀ
कि आपां जिहड़ी बोलदे आ उस दे विच कई वारी लल्ले दे पैर दे विच बिंदी भी लगदी है। सो उन्हां ने की कीता, लल्ले अखर दे नाल बिंदी ला के, लल्ले दे विच बिंदी ला के अखर बना लिया। ठीक है जी। इस धुनी नूं ਇਹ ਤਾਲਵੀ ਧੁਨੀ ਨੂੰ ਪ੍ਰਗਟ ਕਰਦਾ, ਮਤਲਬ ਆਪਣਾ ਜਦੋਂ ਆਪਾਂ ਬੋਲਦੇ ਹਾਂ ਤਾਂ ਆਪਣੇ ਜਿਹੜੇ ਤਲੇ ਹੈ ਉਹ ਮੂੰਹ ਦੇ ਵਿੱਚ ਆਪਣੀ ਆਵਾਜ਼ ਇੱਦਾਂ ਦੀ ਆਉਂਦੀ ਹੈ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਪੰਜਾਬੀ ਵਰਨਮਾਲਾ ਦੇ ਵਿੱਚ ਕਿੰਨੇ ਅੱਖਰ ਹੋ ਗਏ ਜੀ ਆਪਣੇ? 41। ਸੋ 41 ਅੱਖਰ ਹੁਣ ਨੇ ਇਸ ਟਾਈਮ। ਪਹਿਲਾਂ ਉਹ 35 ਸੀਗੇ, 5 ਜੋੜੇ ਗਏ। ਉਸ ਤੋਂ ਬਾਅਦ ਪੰਜਾਬੀ ਵਿਭਾਗ ਪਟਿਆਲਾ ਨੇ ਇੱਕ ਅੱਖਰ ਹੋਰ ਐਡ ਕੀਤਾ। ਪੁੱਛਿਆ ਜਾ ਸਕਦਾ ਕਿ ਪੰਜਾਬੀ ਵਿਭਾਗ ਨੇ ਕਿਹੜਾ ਅੱਖਰ ਐਡ ਕੀਤਾ। ਸੋ ਲੱਲੇ ਦੇ ਪੈਰ ਦੇ ਵਿੱਚ ਬਿੰਦੀ ਜਿਹੜਾ ਹੈ ਇਹ ਅੱਖਰ ਪੰਜਾਬੀ ਵਿਭਾਗ ਪਟਿਆਲਾ ਨੇ ਐਡ ਕੀਤਾ ਹੈ। ਸੋ ਇੰਨਾ ਤੁਸੀਂ ਕਰ ਲਓ ਨੋਟ। ਕਿਤੇ ਵੀ ਤੁਹਾਨੂੰ ਕੋਈ ਦਿੱਕਤ ਲੱਗਦੀ ਹੈ ਤੁਸੀਂ ਪੁੱਛ ਸਕਦੇ ਹੋ। ਸੋ ਉਸ ਤੋਂ ਬਾਅਦ ਆ ਜਾਂਦਾ ਹੈ ਧੁਨੀਆਂ ਦੀਆਂ ਕਿਸਮਾਂ। ਸੋ ਧੁਨੀ ਦੀਆਂ ਕਿਸਮਾਂ ਦੇ ਵਿੱਚ ਆਪਣੇ ਕੋਲ ਆ ਜਾਂਦੇ ਨੇ ਸਵਰ। ਧੁਨੀ ਦਾ ਮਤਲਬ ਜਿੱਦਾਂ ਆਪਾਂ ਬੋਲਦੇ ਹਾਂ, ਸੋ ਇਹ ਵਰਨਮਾਲਾ ਦੇ ਅੱਖਰ ਕੋਈ ਵੀ ਲਗਾ ਲਓ। ਜਿੱਦਾਂ ਮੈਂ ਸੱਸਾ ਬੋਲਣਾ ਹੈ ਤਾਂ ਉਹ ਧੁਨੀ ਹੈ। ਠੀਕ ਹੈ ਜੀ। ਸੋ ਜਿੱਦਾਂ ਮੈਂ ਬੋਲ ਰਿਹਾ ਇਹ ਸ਼ਬਦ ਹੈ। ਧੁਨੀ ਮਤਲਬ ਸਭ ਤੋਂ ਛੋਟੀ ਇਕਾਈ ਹੈ। ਜਿੱਦਾਂ ਮੈਂ ਕਹਿ ਲਵਾਂ ਹਾਹਾ, ਕੱਕਾ, ਖੱਖਾ, ਸੋ ਇਹ ਧੁਨੀਆਂ ਨੇ। ਠੀਕ ਹੈ ਜੀ। ਸੋ ਸਵਰ ਅਤੇ ਦੂਜਾ ਵਿਅੰਜਨ। ਸੋ ਇਹਨਾਂ ਬਾਰੇ ਹੁਣ ਗੱਲ ਕਰਾਂਗੇ ਕਿ ਧੁਨੀ ਦੀਆਂ ਦੋ ਕਿਸਮਾਂ ਨੇ। ਇੱਕ ਧੁਨੀ ਦੇ ਵਿੱਚ ਪਹਿਲੀ ਕਿਸਮ ਹੈ ਸਵਰ ਅਤੇ ਦੂਜੀ ਕਿਸਮ ਹੈ ਵਿਅੰਜਨ। ਸੋ ਇਹਨਾਂ ਬਾਰੇ ਹੁਣ ਆਪਾਂ ਗੱਲ ਕਰਾਂਗੇ। ਸਵਰ ਦੇਖੋ ਉਹ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਵੇਲੇ ਕੋਈ ਵੀ ਰੁਕਾਵਟ ਆਪਣੇ ਨਹੀਂ ਆਉਂਦੀ। ਠੀਕ ਹੈ ਜੀ। ਸਵਰ ਉਹ ਹੁੰਦੇ ਨੇ ਜਿੱਦਾਂ ਮੈਂ ਗੱਲ ਕਰ ਰਿਹਾ ਹਾਂ, ਐਕਚੁਅਲੀ ਮੇਰੇ ਜੋ ਆਪਣੇ ਬੁੱਲ ਨੇ ਇਹ ਜੁੜਦੇ ਨੇ। ਠੀਕ ਹੈ। ਜਿੱਦਾਂ ਮੈਂ ਸੱਸਾ ਕਹਿਣਾ ਹੈ ਤਾਂ ਮੇਰੀ ਜੀਭ ਜੋ ਹੈ ਉਹ ਦੰਦਾਂ ਦੇ ਨਾਲ ਲੱਗਦੀ ਹੈ। ਤਾਂ ਸੱਸਾ ਕਹਿਣ ਲੱਗਿਆਂ ਜਾਂ ਕੱਕਾ ਕਹਿਣ ਲੱਗਿਆਂ ਕੀ ਹੁੰਦਾ ਹੈ? ਸੋ ਕੱਕਾ ਇਹ ਵੀ ਜਦੋਂ ਕਹਿਣਾ ਹੈ ਉਦੋਂ ਤੁਹਾਡੇ ਬੁੱਲ ਵੀ ਜੁੜਦੇ ਨੇ ਜਾਂ ਜੀਭ ਜੁੜਦੀ ਹੈ। ਸੋ ਇਹਨਾਂ ਨੂੰ ਉਚਾਰਨ ਟਾਈਮ ਕੀ ਹੈ? ਸੱਸਾ ਕਹਿਣੇ ਟਾਈਮ ਜਾਂ ਕੋਈ ਵੀ ਹੋਰ ਹੈ ਉਹ ਕੀ ਹੈ? ਰੁਕਾਵਟ ਥੋੜ੍ਹੀ ਜਿਹੀ ਆਉਂਦੀ ਹੈ। ਪਰ ਜਿੱਦਾਂ ਮੈਂ ਊੜਾ ਕਹਿਣਾ ਹੈ, ਐੜਾ ਕਹਿਣਾ ਹੈ, ਈੜੀ ਕਹਿਣਾ ਹੈ, ਊੜਾ, ਐੜਾ, ਈੜੀ, ਇਹਨਾਂ ਦੇ ਵਿੱਚ ਕੀ ਹੈ? ਇਹਨਾਂ ਦੇ ਵਿੱਚ ਮੈਨੂੰ ਕੋਈ ਰੁਕਾਵਟ ਨਹੀਂ ਆਉਂਦੀ। ਨਾ ਹੀ ਮੇਰੇ ਬੁੱਲ ਜੁੜਦੇ ਨੇ, ਨਾ ਹੀ ਕੋਈ ਜੀਭ ਦੀ ਦਿੱਕਤ ਆਉਂਦੀ ਹੈ। ਸੋ ਇਹਨਾਂ ਨੂੰ ਕਹਿੰਦੇ ਨੇ ਸਵਰ। ਠੀਕ ਹੈ ਜੀ। ਮੈਂ ਡੈਫੀਨੇਸ਼ਨ ਵੀ ਰੀਡ ਕਰ ਦਾਂਗਾ। ਸਵਰ ਇੱਥੇ ਇਹ ਹੋ ਗਿਆ ਜੀ। ਸਵਰ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ। ਠੀਕ ਹੈ ਜੀ। ਉਚਾਰਨ ਕਰਨ ਲਈ ਕੋਈ ਵੀ ਆਪਣਾ ਅੰਗ ਜਿਹੜੇ ਆ ਉਹ ਰੁਕਾਵਟ ਨਹੀਂ ਪਾਉਂਦੇ। ਆਵਾਜ਼ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ। ਜਿੱਦਾਂ ਮੈਂ ਊੜਾ ਕਹਿਣਾ ਹੈ ਤਾਂ ਊੜਾ ਸਿੱਧਾ ਮੇਰੀ ਆਵਾਜ਼ ਨਿਕਲ ਜਾਏਗੀ। ਮੇਰਾ ਕੋਈ ਜੀਭ ਦੇ ਨਾਲ ਇਹ ਜੁੜਨਗੇ ਨਹੀਂ। ਠੀਕ ਹੈ ਜੀ। ਸੋ ਜੀਭ ਜਾਂ ਬੁੱਲ ਜੁੜਦੇ ਨਹੀਂ ਹਨ। ਊੜਾ, ਐੜਾ, ਈੜੀ 3 ਸਵਰ ਅੱਖਰ ਹਨ ਪਰ ਉਚਾਰਨ ਪੱਖੋਂ ਸਵਰ ਧੁਨੀਆਂ 10 ਹਨ। ਸੋ ਸਵਰ ਧੁਨੀਆਂ 10 ਨੇ, ਇਹ ਵੀ ਧਿਆਨ ਰੱਖਣਾ ਹੈ। ਸਵਰ ਅੱਖਰ ਕਿੰਨੇ ਨੇ? ਉਹ 3 ਨੇ। ਇਹ ਧੁਨੀਆਂ ਹਨ। ਅੱਗੇ ਧੁਨੀਆਂ ਬਾਰੇ ਗੱਲ ਕਰਦੇ ਹਾਂ। ਸੋ ਪਹਿਲਾਂ ਤਾਂ ਇਹ ਜ਼ਰੂਰੀ ਚੀਜ਼ ਹੈ, ਇੰਪੋਰਟੈਂਟ ਕੁਸ਼ਚਨ ਇੱਥੋਂ ਪੁੱਛਿਆ ਜਾ ਸਕਦਾ ਹੈ ਕਿ ਸਵਰ ਅੱਖਰ ਕਿੰਨੇ ਹਨ? ਤਾਂ ਸਵਰ ਅੱਖਰ ਜਿਹੜੇ ਨੇ ਉਹ 3 ਨੇ, ਊੜਾ, ਐੜਾ ਅਤੇ ਈੜੀ। ਪਰ ਉਚਾਰਨ ਪੱਖੋਂ ਸਵਰ ਧੁਨੀਆਂ ਕਿੰਨੀਆਂ ਨੇ? ਸਵਰ ਧੁਨੀਆਂ ਜਿਹੜੀਆਂ ਨੇ ਉਹ 10 ਨੇ। ਸੋ ਬਹੁਤ ਹੀ ਇੰਪੋਰਟੈਂਟ ਕੁਸ਼ਚਨ ਪੰਜਾਬੀ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਇਸ ਦੇ ਵਿੱਚੋਂ ਊੜੇ ਦੇ ਨਾਲ ਔਂਕੜ ਲੱਗਦੀ ਹੈ, ਦਲੈਂਕੜ ਲੱਗਦੀ ਹੈ ਅਤੇ ਊੜੇ ਦੇ ਨਾਲ ਇਹ ਇੱਕ ਤੀਜਾ ਲੱਗਦਾ ਹੈ। ਇਹਨੂੰ ਆਪਾਂ ਊੜੇ ਨੂੰ ਖੋਲ੍ਹ ਕੇ ਲਿਖ ਦਿੰਦੇ ਹਾਂ। ਸੋ ਇਹਨੂੰ ਅੱਧਕ ਜਾਂ ਹੋੜਾ ਕਹਿੰਦੇ ਹਾਂ, ਹੋੜਾ। ਸੋ ਊੜੇ ਦੇ ਨਾਲ 3 ਲਗਾ ਮਾਤਰਾਵਾਂ ਲੱਗਦੀਆਂ ਨੇ। ਐੜੇ ਦੇ ਨਾਲ ਸਿੰਪਲ ਇੱਕ ਤਾਂ ਐੜਾ ਹੁੰਦਾ ਹੈ, ਇੱਕ ਕੰਨਾ ਲੱਗ ਜਾਂਦਾ ਹੈ ਅਤੇ ਇੱਕ ਇਹਨੂੰ ਕਹਿੰਦੇ ਨੇ ਹੋੜਾ। ਸੋ ਹੋੜਾ ਲੱਗ ਜਾਂਦਾ ਹੈ। ਮੈਂ ਐਗਜ਼ੈਕਟਲੀ ਇਸ ਦਾ ਵਰਡ ਦਾ ਕਲੀਅਰ ਕਰ ਦਾਂਗਾ। ਹੋੜਾ ਹੀ ਹੁੰਦਾ ਵੈਸੇ, ਕਨੌੜਾ। ਹਾਂਜੀ। ਅਤੇ ਇਸ ਤੋਂ ਬਾਅਦ ਆਪਣਾ ਐੜੇ ਦੇ ਨਾਲ ਇੱਕ ਹੋਰ ਵੀ ਲੱਗਦੀ ਹੈ। ਸੋ ਐੜੇ ਦੇ ਨਾਲ 4 ਲੱਗ ਸਕਦੀਆਂ ਨੇ। ਸੋ ਊੜੇ ਦੇ ਨਾਲ 3, ਐੜੇ ਦੇ ਨਾਲ 4 ਅਤੇ ਈੜੀ ਦੇ ਨਾਲ ਫਿਰ 3। ਸੋ ਇੱਕ ਸਿਹਾਰੀ, ਬਿਹਾਰੀ ਅਤੇ ਈੜੀ ਨੂੰ ਲਾਵਾਂ। ਠੀਕ ਹੈ ਜੀ। ਸੋ ਇਸ ਨੂੰ ਲਾਵਾਂ ਕਿਹਾ ਜਾਂਦਾ ਹੈ। ਸੋ ਇਹ 10 ਜੋ ਨੇ ਇਹ ਕੀ ਨੇ? 10 ਇਹ ਸਵਰ ਧੁਨੀਆਂ ਹਨ।
ਸੋ ਉਚਾਰਨ ਪੱਖੋਂ ਸਵਰ ਧੁਨੀਆਂ ਕਿੰਨੀਆਂ ਨੇ? 10 ਨੇ। ਤੇ ਅਗਰ ਅੱਖਰਾਂ ਦੀ ਗੱਲ ਕੀਤੀ ਜਾਏ ਸਵਰ ਅੱਖਰ ਕਿੰਨੇ ਨੇ? ਤਾਂ ਸਵਰ ਅੱਖਰ ਹੁੰਦੇ ਨੇ ਜੀ 3। ਠੀਕ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਵਿਅੰਜਨਾਂ ਦੀ। ਸੋ ਅੱਜ ਆਪਾਂ ਸਵਰ ਤੇ ਵਿਅੰਜਨ ਬਾਰੇ ਡਿਸਕਸ ਕਰ ਲੈਂਦੇ ਹਾਂ। ਬਾਕੀ ਆਪਾਂ ਅੱਗੇ ਦੇਖਾਂਗੇ ਦਰੁੱਤ ਅੱਖਰ ਕਿਹੜੇ ਹੁੰਦੇ ਨੇ ਤੇ ਲਗਾ ਮਾਤਰਾਵਾਂ। ਚਲੋ ਦਰੁੱਤ ਅੱਖਰਾਂ ਤੱਕ ਆਪਾਂ ਕਰ ਲੈਂਦੇ ਹਾਂ। ਅੱਗੇ ਆ ਜਾਂਦਾ ਹੈ ਜੀ ਵਿਅੰਜਨ। ਸੋ ਵਿਅੰਜਨ ਦੇਖੋ ਕੀ ਹੁੰਦੇ ਨੇ। ਵਿਅੰਜਨ ਉਹ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਸਮੇਂ ਜਾਂ ਉਚਾਰਨ ਸਮੇਂ ਅੰਗ ਥੋੜ੍ਹੀ ਰੁਕਾਵਟ ਪਾਉਂਦੇ ਨੇ। ਜਿੱਦਾਂ ਇਹਨਾਂ ਨੂੰ ਬੋਲਣ ਸਮੇਂ ਜੀਭ ਕਦੇ ਤਾਲੂ ਨਾਲ ਅਤੇ ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂੰਹਦੀ ਹੈ। ਸੋ ਜੀਭ ਆਪਣੇ ਬੁੱਲ ਵੀ ਜੁੜਦੇ ਨੇ ਇਸ ਦੇ ਵਿੱਚ। ਕਈ ਵਾਰੀ ਬੁੱਲ ਥੋੜ੍ਹੀ ਦੇਰ ਲਈ ਮੀਟੇ ਜਾਂਦੇ ਹਨ। ਜਿੱਦਾਂ ਮੈਂ ਸੱਸਾ ਕਹਿਣਾ ਹੈ ਤਾਂ ਸੱਸੇ ਦੇ ਨਾਲ ਮੈਨੂੰ ਜੀਭ ਉੱਪਰ ਦੰਦਾਂ ਨਾਲ ਜੁੜੇਗੀ। ਸੋ ਪੰਜਾਬੀ ਵਰਨਮਾਲਾ ਵਿੱਚ ਸੱਸੇ ਤੋਂ ਲੈ ਕੇ ਪਹਿਲੇ 3 ਅੱਖਰ ਛੱਡ ਕੇ, ਸੋ ਪਹਿਲੇ 3 ਅੱਖਰਾਂ ਨੂੰ ਤੁਸੀਂ ਕੀ ਕਰਨਾ? ਛੱਡ ਦੇਣਾ ਹੈ। ਊੜਾ, ਐੜਾ ਤੇ ਈੜੀ। ਉਸ ਤੋਂ ਬਾਅਦ ਸੱਸੇ ਤੋਂ ਲੈ ਕੇ ਲੱਲੇ ਦੇ ਪੈਰ ਵਿੱਚ ਬਿੰਦੀ, ਇੱਥੋਂ ਤੱਕ 38 ਵਿਅੰਜਨ ਅੱਖਰ ਹਨ। ਸੋ ਆਪਾਂ ਨੂੰ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਕਿ ਵਿਅੰਜਨ ਕਿੰਨੇ ਹਨ? ਤਾਂ ਵਿਅੰਜਨ 38 ਹਨ। ਸਵਰ ਕਿੰਨੇ ਨੇ ਜੀ? ਸਵਰ ਆਪਣੇ ਕੋਲ 3 ਨੇ। ਸੋ ਇਸ ਤਰੀਕੇ ਦੇ ਸਾਰੇ ਕੁਐਸਚਨਸ ਦੇ ਲਈ ਤੁਸੀਂ ਤਿਆਰੀ ਰੱਖਣੀ ਹੈ। ਪਟਵਾਰੀ ਦੇ ਪੇਪਰ ਦੇ ਲਈ ਜਾਂ ਕਿਸੇ ਵੀ ਪੇਪਰ ਦੇ ਲਈ ਇਹ ਕੁਐਸਚਨਸ ਇੰਪੋਰਟੈਂਟ ਹੋ ਜਾਂਦੇ ਨੇ, ਜ਼ਰੂਰੀ ਹੋ ਜਾਂਦੇ ਨੇ। ਸੋ ਇਹਨਾਂ ਬਾਰੇ ਤੁਸੀਂ ਪੁੱਛ ਲੈਣਾ, ਯਾਦ ਕਰ ਲੈਣੇ ਨੇ। ਵਿਅੰਜਨ 38 ਹੁੰਦੇ ਨੇ। ਸੋ 38 ਵਿਅੰਜਨ ਅਤੇ 3 ਸਵਰ ਅੱਖਰ, 38 ਵਿਅੰਜਨ ਅੱਖਰ। ਵਿਅੰਜਨ ਧੁਨੀਆਂ ਕਿੰਨੀਆਂ ਹੋਣਗੀਆਂ ਉਹਨਾਂ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਉਹ ਬਹੁਤ ਹੋਣਗੀਆਂ। ਪਰ ਸਵਰ ਧੁਨੀਆਂ ਤੁਸੀਂ ਯਾਦ ਰੱਖਣੀਆਂ ਨੇ। ਸਵਰ ਧੁਨੀਆਂ 10 ਹੀ ਨੇ ਜਿਹੜੀਆਂ ਉੱਪਰ ਲਿਖੀਆਂ ਹੋਈਆਂ ਨੇ। ਇਸ ਤੋਂ ਬਾਅਦ ਗੱਲ ਕਰਦੇ ਹਾਂ, ਅਗਲਾ ਆ ਜਾਂਦਾ ਹੈ ਅਨੁਨਾਸਿਕੀ ਵਿਅੰਜਨ। ਸੋ ਇਹ ਉਹ ਵਿਅੰਜਨ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਕੁਝ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ। ਸੋ ਇਸ ਦੇ ਲਈ 5 ਅੱਖਰ ਨੇ। ਇਸ ਦੇ ਲਈ 5 ਅੱਖਰ ਨੇ। ਤੇ ਇੱਕ ਤਾਂ ਨਾਣਾ ਹੋ ਗਿਆ ਜੀ ਆਪਣਾ, ਇੱਕ ਨੰਨਾ ਹੋ ਗਿਆ, ਇੱਕ ਮੰਮਾ ਹੋ ਗਿਆ, ਤੇ ਇੱਕ ਯਈਆ ਹੋ ਗਿਆ ਜੀ, ਤੇ ਇੱਕ ਆਪਣੇ ਕੋਲ ਵਾਵਾ ਹੋ ਗਿਆ। ਸੋ ਇਸ ਤਰੀਕੇ ਨਾਲ 5 ਅੱਖਰ ਇਹ ਬਣਦੇ ਨੇ। ਇਹਨਾਂ ਨੂੰ ਵੀ ਤੁਸੀਂ ਯਾਦ ਕਰ ਲੈਣਾ ਹੈ। ਉਸ ਤੋਂ ਬਾਅਦ ਹਾਂਜੀ, ਇਹਨਾਂ ਤੋਂ ਕੋਈ ਵੀ ਸ਼ਬਦ ਜੋ ਹੈ ਉਹ ਸ਼ੁਰੂ, ਕੋਈ ਵੀ ਸ਼ਬਦ ਹੈ ਜਿਹੜਾ ਉਹ ਇਹਨਾਂ 5 ਅੱਖਰਾਂ ਤੋਂ ਸ਼ੁਰੂ ਨਹੀਂ ਹੁੰਦਾ। ਠੀਕ ਹੈ ਜੀ। ਸੋ ਇਹਨਾਂ 5 ਅੱਖਰਾਂ, 5 ਧੁਨੀਆਂ ਤੋਂ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਹੈ। ਇਸ ਤੋਂ ਬਾਅਦ ਆਪਣਾ ਆ ਜਾਂਦਾ ਹੈ ਦਰੁੱਤ ਅੱਖਰ। ਦਰੁੱਤ ਅੱਖਰ ਜਾਂ ਦਰੁੱਤ ਅੱਖਰ ਇਹ ਉਹ ਅੱਖਰ ਹੁੰਦੇ ਨੇ ਜਿਹੜੇ 2 ਅੱਖਰਾਂ ਦੇ ਸੁਮੇਲ ਤੋਂ ਬਣੇ ਹੁੰਦੇ ਨੇ। ਜਿਵੇਂ ਇਸ ਵਿੱਚ ਇੱਕ ਅੱਖਰ ਦੂਜੇ ਅੱਖਰ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਅਤੇ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਨੇ। ਗੁਰਮੁਖੀ ਵਿੱਚ ਲਿਪੀ ਵਿੱਚ ਕੇਵਲ 3 ਅੱਖਰਾਂ ਦੀ ਹੀ ਵਰਤੋਂ ਅੱਖਰ ਦੇ ਪੈਰ ਵਿੱਚ ਕੀਤੀ ਜਾਂਦੀ ਹੈ। ਜਿੱਦਾਂ ਹਾਹਾ ਹੈ, ਸੋ ਹਾਹੇ ਨੂੰ ਆਪਾਂ ਪੈਰ ਦੇ ਵਿੱਚ ਪਾ ਸਕਦੇ ਹਾਂ। ਠੀਕ ਹੈ ਜੀ। ਜਿੱਦਾਂ ਇੱਥੇ ਐਗਜ਼ਾਮਪਲ ਦੇਖ ਸਕਦੇ ਹੋ, ਪੜ੍ਹਾਈ, ਪੜ੍ਹਾਈ ਦੇ ਵਿੱਚ ਇੱਥੇ ਹਾਹਾ ਬਣਦਾ ਹੈ ਪੜ੍ਹਾਈ। ਸੋ ਹਾਹਾ ਇੱਥੇ ਪੈਰ ਦੇ ਵਿੱਚ ਪਾਇਆ ਗਿਆ ਹੈ। ਜੜ, ਸੋ ਜੜ ਦੇ ਵਿੱਚ ਵੀ ਇੱਥੇ ਹਾਹਾ ਪਾਇਆ ਗਿਆ ਹੈ। ਜਿਨ੍ਹਾਂ, ਸੋ ਜਿਨ੍ਹਾਂ ਦੇ ਵਿੱਚ ਵੀ, ਹੜ ਦੇ ਵਿੱਚ ਵੀ ਅਤੇ ਪੜ੍ਹਾਈ ਦੇ ਵਿੱਚ ਵੀ ਹਾਹੇ ਦੀ ਵਰਤੋਂ ਕੀਤੀ ਗਈ ਹੈ। ਸੋ ਇਹਨਾਂ ਨੂੰ ਦਰੁੱਤ ਅੱਖਰ ਕਿਹਾ ਜਾਂਦਾ ਹੈ। ਦਰੁੱਤ ਅੱਖਰ ਜਾਂ ਦਰੁੱਤ ਅੱਖਰ। ਇਸੇ ਤਰੀਕੇ ਨਾਲ 3 ਅੱਖਰਾਂ ਦੀ ਵਰਤੋਂ ਪੈਰਾਂ ਦੇ ਵਿੱਚ ਕੀਤੀ ਜਾ ਸਕਦੀ ਹੈ। ਇੱਕ ਹਾਹਾ ਹੈ, ਦੂਜਾ ਰਾਰਾ ਹੈ, ਅਤੇ ਤੀਜਾ ਆਪਣਾ ਵਾਵਾ ਹੈ। ਸੋ ਇਹਨਾਂ 3 ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਹੇ ਦੀ ਵਰਤੋਂ ਆਪਾਂ ਦੇਖ ਚੁੱਕੇ ਹਾਂ ਪੜ੍ਹਾਈ, ਜੜ ਅਤੇ ਜਿਨ੍ਹਾਂ ਦੇ ਵਿੱਚ। ਇਸ ਤੋਂ ਬਾਅਦ ਰਾਰੇ ਦੀ ਵਰਤੋਂ, ਰਾਰੇ ਦੇ ਲਈ ਇੱਦਾਂ ਆਪਣਾ ਸਿੰਬਲ ਜਿਹਾ ਪੈ ਜਾਂਦਾ ਹੈ ਥੱਲੇ। ਸੋ ਪ੍ਰਗਟ, ਪ੍ਰਸ਼ਨ, ਪ੍ਰਾਰਥਨਾ, ਪ੍ਰੋਫੈਸਰ, ਇਹਨਾਂ ਸਾਰਿਆਂ ਦੇ ਵਿੱਚ ਪੱਪੇ ਦੇ ਪੈਰ ਦੇ ਵਿੱਚ ਰਾਰਾ ਪਾਇਆ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਸੋ ਇਸ ਤਰੀਕੇ ਨਾਲ ਰਾਰੇ ਦੀ ਵੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਕਈ ਜਗ੍ਹਾ ਹਾਹੇ ਦੀ ਯੂਜ਼ ਕੀਤੀ ਜਾਂਦੀ ਹੈ, ਹਾਹੇ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਜਗ੍ਹਾ ਵਾਵੇ ਦੀ ਵਰਤੋਂ ਕੀਤੀ ਜਾਂਦੀ ਹੈ, ਜਿੱਦਾਂ ਸੰਜੀਵਨੀ। ਸੋ ਇਸੇ ਤਰੀਕੇ ਨਾਲ
संजीवनी स्वै विश्वास। सो स्वै विश्वास एक एग्जाम्पल। सो स्वैमान, हाँ जी सैकेंड है अपना स्वैमान। स्वै जीवनी, ये स्वै जीवनी है जी। सो वावा पैर दे विच स्वै जीवनी, स्वैमान ते स्वै विश्वास। सो इस तरीके नाल कुछ अखर हुंदे ने जिहड़े पैरां दे विच आपां वरत सकदे हां। सो उन्हां अखरां बारे भी पुछया जा सकदा है कि किन्ने दुੱਤ अखर ने। सो दुੱਤ अखर 3 ने, हाहा रारा ते वावा। इन्हां दे विचों पुछ भी सकदा है कि किहड़ा, मान लो तुहानूं 4 अखर दे देवे ते 4 अखर दे के पुछे कि इन्हां दे विचों किहड़ा दुੱਤ अखर नहीं है। सो तुहानूं पता होना चाहिदा है कि हाहा रारा ते वावा जिहड़े ने वो दुੱਤ अखर ਹਨ। बाकी कल आपां लगा मात्रावां की शुरुआत करांगे। मेरे ख्याल नाल इत्थों तक तुसीं अज कवर करो, तो जिथे भी किते डाउट लगता है कल तो आपां लगा मात्रावां की गल करांगे। सो इन्हां दे विच जिहड़े मतलब एक तां देखो कोई भी शब्द आपां लिखना है, शब्द लिखना है, उसदे लई की है एक तां आपां नूं धुनियां चाहीदियां हुंदियां ने। सो धुनियां बारे आपां अज गल कर लई है। धुनियां तो बिना लगा मात्रावां भी वरत होणगियां। सो जिद्दां आपां मान लो एक वो लिखना है, मान लो मैं अपना नाम ही लिखना है। सो उसदे विच धुनियां हो गईयां जिद्दां जसकीरत। सो जज्जा सस्सा कक्का हो गया, कक्के तो बाद बिहारी आनी है। सो बिहारी कित्थे लगनी है, वो सारियां की ने लगा मात्रावां। सो इन्हां बारे आपां कल गल करांगे। अज दे लई इन्ना आपां कीता है, तुसीं इस नूं पढ़ना है एक बारी चंगी तरीके नाल। किते कोई दिक्कत लगदी है तो तुसीं जरूर दसना है। बाकी इस PDF के बारे अगर गल की जाए तो PDF के लिए तुसीं मैनूं मैसेज कर सकते हो, मैं तुहानूं PDF सेंड कर दांगा। बाकी थैंक यू सो मच। अगले पार्ट नूं जरूर देखियो, उस दे विच आपां लगा मात्रावां डिस्कस करांगे।